चक्र चिन्ह अर वरन जात, अर पात निहन जेह। रूप रंग अर रेख पेख, को कह न सकत केहे। चल मूरत अनपव प्रकाश, अमितोज कह जय। कोट इंद्र इंद्राण, साहे साहण गिण जय। त्रिपवन महीप सुर नर असुर, नेत नेत बन तिरन कहत। सर्वनाम कथय कवन, कर्म नाम वर्णत समत। अस कृपान खंडो खड़ग, तुबक तवरि अरती। सैफ सरोही सहथी, जय हमारे पीर। तीर तुही सथी तुही, तुही तवर तरवार। नाम तिहारो जो जपै, पै सिंध भव पार। काल तुही काली तुही, तुही तेगी अर तीर। तुही निशानी जीत की, आज तुही जगवीर। खड़ग केत मैं शरण तिहारी, आप हास वै लिहु बारी। सर्व ठार मोह सहाई, दुष्ट दोख ते लिहु बुझाई। नमस्कार श्री खड़ग को, करो सहित चित लाय। पूर्ण करो ग्रंथ है, तुम मोहि करो सहाय। मुकुचर शास्त्र खट, पिंग गिरन चढ़ जाय। अंध लखै बदरो सुनै, जो काल कृपा कराय। कहाँ बुद्ध प्रभु तुछ हमारी, बर न सकै महिमा जो तिहारी। हम न सकत कर सिवत तुम्हारी, आप लिहो तुम कथा सुधारी। हम न सकत कर सिवत तुम्हारी, आप लिहो तुम कथा सुधारी। वाहेगुरु साहिब जीओ। एक ओंकार, सतगुर प्रसाद। अथ बचित्र नाटक ग्रंथ लिखयते, त्वै प्रसाद। श्री
ਮੁਖ ਬਾਕ ਪਾਤਸ਼ਾਹੀ ਦਸਵੀਂ ਦੋਹਰਾ। ਨਮਸਕਾਰ ਸ੍ਰੀ ਖੜਗ ਕੋ ਕਰੋ ਸੋਹਿਤ ਚਿਤ ਲਾਇ। ਪੂਰਨ ਕਰੋ ਗਿਰੰਥ ਇਹ ਤੁਮ ਮੋਹਿ ਕਰਹੁ ਸਹਾਇ। ਇਕ ਓੰਕਾਰ ਸਤਿਗੁਰ ਪ੍ਰਸਾਦ। ਅਥ ਬਚਿੱਤਰ ਨਾਟਕ ਗਿਰੰਥ ਲਿਖਿਆ ਤੇ ਤਵੈ ਪ੍ਰਸਾਦ। ਸ੍ਰੀ ਮੁਖ ਬਾਕ ਪਾਤਸ਼ਾਹੀ ਦਸਵੀਂ ਦੋਹਰਾ। ਨਮਸਕਾਰ ਸ੍ਰੀ ਖੜਗ ਕੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਗੁਰੂ ਮਹਾਰਾਜ ਜੀ ਦੀ ਅਪਾਰ ਬਖਸ਼ਿਸ਼ ਰਹਿਮਤ ਦਾ ਸਦਕਾ ਆਪਾਂ ਸੰਗਤ ਰੂਪ ਵਿੱਚ ਜੁੜ ਕੇ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਮੁਖਾਰਬਿੰਦ ਤੋਂ ਜੋ ਉਚਾਰਨ ਕੀਤੀ ਹੋਈ ਮਹਾਨ ਪਵਿੱਤਰ ਬਾਣੀ ਹੈ, ਉਹਦੀ ਲੜੀਵਾਰ ਰੂਪ ਵਿੱਚ ਵਿਚਾਰ ਕਰ ਰਹੇ ਹਾਂ ਅਤੇ ਲਾਹੇ ਹਾਸਲ ਕਰ ਰਹੇ ਹਾਂ। ਕਈ ਦਿਨਾਂ ਤੋਂ ਜੋ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਖਾਲਸੇ ਪੰਥ ਦੇ ਬੇਨਤੀ ਕਰਨ ਤੋਂ ਕਿ ਜਿਸ ਤਰ੍ਹਾਂ ਮਹਾਰਾਜ ਆਪ ਜੀ ਨੇ ਜਾਪ ਸਾਹਿਬਾਨੀ ਦੇ ਵਿੱਚ ਵਾਹਿਗੁਰੂ ਦੀ ਮਹਿਮਾ ਵਡਿਆਈ ਕੀਤੀ, ਉਸਤਤੀ ਕੀਤੀ ਹੈ, ਇਸੇ ਤਰ੍ਹਾਂ ਦੀ ਜਿਹੜੀ ਬਾਣੀ ਹੈ ਜਿਹਦੇ ਵਿੱਚ ਵਿਸ਼ੇਸ਼ ਕਰਕੇ ਨਿਰੋਲ ਵਾਹਿਗੁਰੂ ਦੀ ਹੀ ਉਸਤਤ ਹੋਵੇ, ਵਡਿਆਈ ਹੋਵੇ, ਉਹ ਬਾਣੀ ਉਚਾਰਨ ਕਰਕੇ ਸੁਣਾਓ ਮਹਾਰਾਜ। ਉਹ ਸਿੰਘਾਂ ਦੀ ਬੇਨਤੀ ਨੂੰ ਮੰਨਦਿਆਂ ਹੋਇਆਂ ਫਿਰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਆਪਣੇ ਮੁਖਾਰਬਿੰਦ ਤੋਂ ਜੋ ਆਪਣੇ ਬਾਣੀ ਉਚਾਰਨ ਕੀਤੀ ਸੀ, ਜਿਸ ਦੀ ਪ੍ਰਾਰੰਭਤਾ ਹੁੰਦੀ ਹੈ ਅਕਾਲ ਪੁਰਖ ਕੀ ਰੱਛਾ ਹਮਨੇ, ਇਹਦੇ ਵਿੱਚ ਨਿਰੋਲ ਵਿਸ਼ੇਸ਼ ਕਰਕੇ ਪਰਮੇਸ਼ਰ ਵਾਹਿਗੁਰੂ ਦੀ ਹੀ ਮਹਿਮਾ ਹੈ। ਉਹਨੂੰ ਮਹਾਨ ਕਿਹਾ ਹੈ, ਸ੍ਰਿਸ਼ਟੀ ਦਾ ਕਰਤਾ ਹਰਤਾ ਵੀ, ਸ੍ਰਿਸ਼ਟੀ ਦੇ ਪਾਲਣ ਵਾਲਾ ਵੀ। ਇਸੇ ਤਰ੍ਹਾਂ ਬੜੇ ਬੜੇ ਜਿਹੜੇ ਦੇਵੀ ਦੇਵਤੇ ਉਹਨਾਂ ਦਾ ਵੀ ਪੂਜਨੀਕ ਸਤਿਕਾਰਯੋਗ ਪ੍ਰਕਾਸ਼ਕ ਤੇ ਉਹਨਾਂ ਦਾ ਮਾਲਕ ਵੀ ਉਹ ਪਰਮੇਸ਼ਰ ਹੈ। ਬਾਕੀ ਉਹ ਤੋਂ ਬਗੈਰ ਅਨੇਕਾਂ ਇੱਥੇ ਸੰਸਾਰ ਦੇ ਵਿੱਚ ਆਏ ਹੈ, ਅਨੇਕਾਂ ਚਲੇ ਗਏ। ਉਹ ਸਦਾ ਰਹਿਣ ਵਾਲਾ ਹੈ, ਉਹ ਪੰਗੂ ਵਿਭੂਤੀ ਵਾਲਾ ਹੈ। ਇਸ ਤਰ੍ਹਾਂ ਜੋ ਅਦਵੈ ਅਨਾਸ ਹੈ, ਆਸਨ ਅਡੋਲ ਹੈ, ਅਦਵੈ ਅਨੰਤ ਉਪਮਾ ਅਤੋਲ ਹੈ, ਅਛੈ ਸਰੂਪ ਜਗਤ ਨਾਥ ਹੈ। ਇਸ ਤਰ੍ਹਾਂ ਬੇਅੰਤ ਨਾਂ ਲੈ ਕੇ ਮਹਾਰਾਜ ਨੇ ਉਸ ਪਰਮੇਸ਼ਰ ਦੀ ਵਿਸ਼ੇਸ਼ ਕਰਕੇ ਉਸਤਤੀ ਕੀਤੀ। ਤੇ ਅਖੀਰਲੀਆਂ ਜਿਹੜੀਆਂ ਪੰਗਤੀਆਂ ਉਹ ਗੁਰੂ ਮਹਾਰਾਜ ਨੇ 4 ਦੇ ਥਾਂ 2 ਲਿਖ ਕੇ ਸਮਾਪਤੀ ਕਰ ਦਿੱਤੀ।
सातो आकाश सातो पतार, बिछड़ियो अदृश जिह कर्म जार। सत परले जी आकाश विच लोक हन, सत जिहड़ी शेरां पतालां विच लोक है, सारियां विच ही कहने अदृष्ट रूप हो के, गोत रूप हो के वो फैल रहा है। फिर जिहड़ा परमेश्वर है ऐसा फैलिया होया, जिह कर्म जार, जिसने भी ਉਹਦਾ जाप किया है, संत ने सेवक ने भगत ने ਉਹਦੇ ਉਸ ਸੰਚਿਤ ਕਰਮਾਂ ਨੂੰ ਸਾੜ ਦੇਣ ਵਾਲਾ ਜਾਲ ਦਿੰਦਾ ਹੈ। ਇਸੇ ਤਰ੍ਹਾਂ ਇਹਨੇ ਕਰਮਾਂ ਦਾ ਜਿਹੜਾ ਜਾਲ ਹੈ ਅਦ੍ਰਿਸ਼ਟ ਰੂਪ ਦੇ ਵਿੱਚ ਹੀ ਸੱਤਾਂ ਆਕਾਸ਼ਾਂ ਵਿੱਚ ਤੇ ਸੱਤਾਂ ਪਤਾਲਾਂ ਵਿੱਚ ਫੈਲਾਇਆ ਹੋਇਆ ਹੈ। ਸਾਰੇ ਕਰਮਾਂ ਦੇ ਜਾਲ ਵਿੱਚ ਜੀਵ ਜੰਤ ਫਸ ਰਹੇ ਹੈ। ਇਸ ਦੇ ਨਾਲ ਹੀ ਫਿਰ ਦੋ ਲਫ਼ਜ਼ ਲਿਖੇ ਉਸਤਤ ਸੰਪੂਰਨ ਨੂੰ ਵੀ ਇੱਥੇ ਜਿਹੜੀ ਉਸਤੀ ਹੈ ਉਹ ਜਿਹੜੀ ਲਿਖੀ ਸੀ ਬਾਣੀ ਉਹਦੀ ਸੰਪੂਰਨਤਾ ਹੋਈ ਹੈ ਤੇ ਜਿਹੜੇ ਦੋ ਤੁਕਾਂ ਲਿਖੀਆਂ ਦੋ ਨਹੀਂ ਲਿਖੀਆਂ ਇਸ ਤੋਂ ਭਾਵ ਹੈ ਵੀ ਅੱਗੇ ਫੇਰ ਉਸਤੀ ਹੈ ਵਾਹਿਗੁਰੂ ਦੀ। ਅਗਲੀ ਜਿਹੜੀ ਤੀਜੀ ਬਾਣੀ ਹੈ ਜਿਹਦਾ ਨਾਮ ਬਚਿੱਤਰ ਨਾਟਕ ਗ੍ਰੰਥ ਹੈ, ਜਿਹਦੇ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਆਪਣਾ ਵੀ ਪਿਛਲੇ ਸਮੇਂ ਦਾ ਖੋਲ ਖੋਲ ਕੇ ਪ੍ਰਸੰਗ ਲਿਖਿਆ ਹੈ। ਆਪਣੀ ਸੋੜ ਬੰਸ, ਬੇਦੀ ਬੰਸ, ਤੇਣ ਬੰਸ, ਭਲੇ ਬੰਸ, ਇਹਦਾ ਵੀ ਚੰਗੀ ਤਰ੍ਹਾਂ ਨਿਰਣਾ ਕੀਤਾ। ਇਸ ਬੰਸ ਵਿੱਚ ਪਿੱਛੇ ਕੌਣ ਕੌਣ ਹੋਏ ਉਹਨਾਂ ਦੇ ਨਾਂ ਵੀ ਲਿਖੇ ਨੇ। ਇਸ ਕਰਕੇ ਹੁਣ ਅਗਲੀ ਜਿਹੜੀ ਤੀਜੀ ਬਾਣੀ ਹੈ ਉਹਦੀ ਅੱਜ ਆਪਾਂ ਪ੍ਰਾਰੰਭਤਾ ਕਰ ਰਹੇ ਹਾਂ। ਉਹਦੀ ਪ੍ਰਾਰੰਭਤਾ ਵਿੱਚ ਜੋ ਗੁਰੂ ਘਰ ਦੀ ਮਰਜ਼ਾਦਾ ਹੈ ਉਸਨੂੰ ਉਹ ਪੂਰੀਆਂ ਕਰਦੇ ਆਪ ਜੀ ਨੇ ਲਿਖਿਆ। ਇੱਕ ਓਂਕਾਰ ਸਤਿਗੁਰ ਪ੍ਰਸਾਦ। ਵੇਖੋ ਇੱਕ ਜੋ ਅਦਵੈਤ ਰੂਪ ਹੈ ਓਂਕਾਰ ਸਭ ਦਾ ਪ੍ਰਕਾਸ਼ਕ ਹੈ ਤੇ ਸਤਿ ਆਵਾਜ਼ ਰੂਪ ਹੈ, ਗੁਰ ਚੇਤਨ ਸਰੂਪ ਹੈ ਤੇ ਪ੍ਰਸਾਦ ਆਨੰਦ ਸਰੂਪ ਹੈ। ਐਸਾ ਜਿਹੜਾ ਵਾਹਿਗੁਰੂ ਹੈ ਉਹ ਸਤਿਗੁਰੂ ਦੀ ਕਿਰਪਾ ਦੇ ਰਾਹੀਂ ਪ੍ਰਾਪਤ ਹੁੰਦਾ ਹੈ। ਇਹ ਮਹਾਰਾਜ ਨੇ ਇਹ ਵਸਤੂ ਨਿਰਦੇਸ਼ ਮੰਗਲ ਕੀਤਾ ਹੈ। ਬਾਕੀ ਸਨਾਤਨ ਮਤ ਵਾਲਿਆਂ ਨੇ ਉਹ ਜਾਂ ਤਾਂ ਓਮ ਕਹਿੰਦੇ ਨੇ ਜਾਂ ਅਥ ਕਹਿੰਦੇ ਨੇ, ਕਿਉਂਕਿ ਉਹ ਸਨਾਤਨ ਮਤ ਵਾਲਿਆਂ ਦਾ ਖਿਆਲ ਹੈ ਵੀ ਉਹ ਬ੍ਰਹਮ ਨੇ ਸਭ ਤੋਂ ਪਹਿਲਾਂ ਦੋ ਲਫ਼ਜ਼ ਹੀ ਕਹੇ ਹੈ, ਇੱਕ ਅਥ ਕਿਹਾ ਹੈ, ਇੱਕ ਓਮ ਕਹਾ ਹੈ। ਤੇ ਇਹ ਦੋਵੇਂ ਜਿਹੜੇ ਲਫ਼ਜ਼ ਹੈ, ਦੋਵੇਂ ਬਚਨ ਹੈ, ਦੋਵੇਂ ਪਦ ਹੈ, ਇਹ ਮੰਗਲ ਸੂਚਕ ਹਨ। ਗੁਰੂ ਮਹਾਰਾਜ ਨੇ ਗੁਰਬਾਣੀ ਦੇ ਵਿੱਚ ਮੰਗਲਮਈ ਜਿਹੜੇ ਲਫ਼ਜ਼ ਨੇ ਇੱਕ ਓਂਕਾਰ ਸਤਿਗੁਰ ਪ੍ਰਸਾਦ ਆਪਣੀ ਬਾਣੀ ਵਿੱਚ ਸਭ ਤੋਂ ਪਹਿਲਾਂ ਇਹੀ ਲਿਖੇ ਹੈ। 2 ਨੰਬਰ ਤੇ ਫਿਰ ਇਹ ਵੀ ਲਿਖੇ ਹੈ। ਇਸ ਤਰ੍ਹਾਂ ਇਹਨਾਂ ਦੀ ਵਿਆਖਿਆ ਵੀ ਕੀਤੀ ਹੈ। ਪ੍ਰਥਮੇ ਓਂਕਾਰ ਤਨ ਕਹਾ, ਸੋ ਤਨ ਪੂਰ ਜਗਤ ਮੋਹ ਰਹਾ। ਜੋ ਬ੍ਰਹਮ ਨੇ ਸਭ ਤੋਂ ਪਹਿਲਾਂ
ओंकार कहा, और कहते ओम कहा, पर महाराज कहते ओंकार कहा। जिवें मुसलमानों का भी जिहड़ा मत है, वो कहते सृष्टि के रचन लई सब तो पहला वो अल्लाह ने, रब ने कहते सिर्फ कुन लफ्ज कहा। कुन का अर्थ है हो जा, बन जा। ये कुन कहा तो बस भी हो जा, बन जा, बस संसार बन गया। उधर भी ब्रह्म के मुख तो दो लफ्ज निकले, ओम या अस। इस करके गुरु महाराज ने वो जिहड़े ग्रंथां विच लिखे हुए लफ्ज है ना, मंगलमई, मंगल दे सूचक, उन्होंने भी सत्कार दे दिता है। जिस करके ये लफ्ज लिखे अर्थ वैता संप्रदाय विच इहदा जिहड़ा मुख अर्थ है ना, वो हुण या पश्चात या उपरंत, यही ही है। क्योंकि पहला जाप बाणी है, फिर अकाल उस्तत बाणी है, उस तो पश्चात, उस तो उपरंत अगे तीजी बाणी प्रारंभ हो रही है। इस करके अस का अर्थ हुण भी है, अर्थ का अर्थ, अस का अर्थ उपरंत भी है, पश्चात भी है। उस लेखा अलंकार द्वारा अस दे ये सारे अर्थ इत्थे ग्रहण किए जाते हैं। जिवें टीके वाले ने काफ़ी इस दे संबंध विच अर्थ शब्द का निर्णय जा किया है भी ये वैशेषिक जिहड़ा शास्त्र है, उहदे विच अर्थ का जिहड़ा लक्षण किया है, उन्हें इत्थे अपने टीके विच भी दिता है। अथातो धर्मं व्याख्याशम, भी जदों भी कोई व्याख्या करनी है, कथन करना है, कुछ कहना है, सब तो पहला कहते जिहड़ा अथातो अथ कहना है, ये कहते धर्म है, ये निजम है, असूल है। जां विधान शास्त्र दे विच अथातो ब्रह्म जिज्ञासा, ये जिहड़ा जिज्ञासु है, जदों भी कोई इच्छा रख के कथन करन दी कहना चाहे तो उसनूं कहंदे अस लफ्ज कहना कहे, क्योंकि ब्रह्म के मुख तो निकलिया। पर इस तरह कहते पहला तो सी ना भी ये लफ्ज कुछ कथन करन तो या लिखण तो यही पहला लिखिया जाए। हौली हौली ये मर्यादा इस तरह भी वो तब्दील हो गई भी जदों कोई ग्रंथ लिखना है, उहदे मुढ़ दे विच भी इहदी वरत कर लेंदे। ये शब्द जिवें महाराज ने लिखे अथ विचित्र नाटक ग्रंथ लिखिया थे
ਹੱਥ ਬਿਨੈ ਇਸ ਤਰ੍ਹਾਂ ਜਾਂ ਆਪਾਂ ਹੁਣ ਕੋਈ ਕੁਝ ਕਹਿਣ ਤੋਂ ਪਹਿਲਾਂ ਆਪਣੇ ਮੁਖੋਂ ਬੋਲ ਦੇਣਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੇ ਕੁਝ ਲਿਖਣਾ ਹੋਵੇ ਤੇ ਫਿਰ ਲਿਖਣ ਤੋਂ ਪਹਿਲਾਂ ਜਾਂ ਤਾਂ ਲਿਖਾਂਗੇ ਇੱਕ ਓਂਕਾਰ ਸਤਿਗੁਰ ਪ੍ਰਸਾਦ, ਜਾਂ ਲਿਖਾਂਗੇ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਜਾਂ ਲਿਖਾਂਗੇ ਸ੍ਰੀ ਅਕਾਲ ਜੀ ਸਹਾਇ, ਜਾਂ ਇਸੇ ਤਰ੍ਹਾਂ ਦੇਗ ਤੇਗ ਫਤਿਹ। ਇਹਨਾਂ ਵਿੱਚੋਂ ਕੋਈ ਮਰਜ਼ੀ ਲਿਖ ਲਈਏ, ਇਹ ਸਾਰੇ ਮੰਗਲਮਈ ਲਫ਼ਜ਼ ਹੈ, ਸਤਿਕਾਰਯੋਗ ਲਫ਼ਜ਼ ਹੈ। ਸੋ ਰੋ ਵਿਚਾਰ ਕਿ ਗੁਰੂ ਮਹਾਰਾਜ ਨੇ ਜੋ ਗੁਰੂ ਨਾਨਕ ਸਾਹਿਬ ਜੀ ਦੇ ਘਰ ਦਾ ਸਿਧਾਂਤ ਹੈ, ਆਪ ਉਸੇ ਗੁਰੂ ਨਾਨਕ ਸਾਹਿਬ ਜੀ ਦੇ ਗੁਰਤਾ ਗੱਦੀ ਤੇ ਸਵਾਏ ਮਾਨ ਹੈ। ਉਸ ਮਰਜ਼ਾਦਾ ਨੂੰ ਕਾਇਮ ਰੱਖਦਿਆਂ ਹੋਇਆਂ ਆਪਣੀ ਬਾਣੀ ਲਿਖਣ ਤੋਂ ਪਹਿਲਾਂ ਵੀ ਇੱਕ ਓਂਕਾਰ ਸਤਿਗੁਰ ਪ੍ਰਸਾਦ ਹੀ ਲਿਖਿਆ। ਜਾਪ ਸਾਹਿਬ ਦੇ ਵਿੱਚ ਵੀ ਮੁੱਖ ਵਿੱਚ ਪਹਿਲਾਂ ਇੱਕ ਓਂਕਾਰ ਸਤਿਗੁਰ ਪ੍ਰਸਾਦ ਹੈ। ਇਹ ਅਕਾਲ ਉਸਤਤ ਬਾਣੀ ਹੈ, ਉਹਦੀ ਪ੍ਰਾਰੰਭਤਾ ਵਿੱਚ ਵੀ ਇਹੀ ਲਿਖਿਆ ਇੱਕ ਓਂਕਾਰ ਸਤਿਗੁਰ ਪ੍ਰਸਾਦ। ਅੱਗੇ ਵੀ ਕਈ ਥਾਵਾਂ ਤੇ ਇਹੀ ਆ ਜਾਏਗਾ, ਕਿਤੇ ਕਿਤੇ ਆਪਣਾ ਜਿਹੜਾ ਕੋਈ ਹੈ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਆ ਜਾਏਗਾ, ਜਾਂ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਆ ਜਾਏਗਾ। ਸੋ ਇਸ ਕਰਕੇ ਜਿਹੜੀ ਸੰਪਰਦਾ ਵਿੱਚ ਇਹਨਾਂ ਲਫ਼ਜ਼ਾਂ ਨੂੰ ਸਭ ਤੋਂ ਜੋ ਸਤਿਕਾਰਯੋਗ ਸਮਝਿਆ ਜਾਂਦਾ ਹੈ, ਇਹਨਾਂ ਨੂੰ ਤਰਜੀਹ ਦਿੱਤੀ ਦੀ। ਅਸਲੀ ਗੁਰੂ ਘਰ ਦੇ ਜਿਹੜੇ ਮੰਗਲਮਈ ਲਫ਼ਜ਼ ਹੈ ਇਹੀ ਹੋਈ ਹੈ। ਹੋਰੋ ਵਿਚਾਰ ਅਥ ਵਿਚਿੱਤਰ ਨਾਟਕ ਗ੍ਰੰਥ ਲਿਖੀਏ ਤੇ ਅਥ ਦਾ ਅਰਥ ਹੈ ਹੁਣ, ਅਰਥ ਇਸ ਤੋਂ ਉਪਰੰਤ, ਜਾਣੀ ਜਾਪ ਤੋਂ ਅਕਾਲ ਉਸਤਤ ਤੋਂ ਬਾਅਦ, ਅਕਾਲ ਪੁਰਸ਼ਤ ਤੋਂ ਪਛਾਤ, ਅਕਾਲ ਉਸਤਤ ਬਾਣੀ ਤੋਂ ਉਪਰੰਤ ਵਿਚਿੱਤਰ ਨਾਟਕ ਗ੍ਰੰਥ ਲਿਖਿਆ ਤੇ ਕਈਆਂ ਦੇ ਭਾਗਾਂ ਵਿੱਚ ਵਿਚਿੱਤਰ ਦੇ ਚੱਚੇ ਦੇ ਉੱਪਰ ਅਧਿਕ ਲਾਇਆ ਹੋਇਆ ਹੈ। ਚੱਚੇ ਨੂੰ ਸਿਹਾਰੀ ਅਧਿਕ ਤੋਂ ਬਗੈਰ ਹੀ ਸ਼ਬਦ ਸਮਝਣਾ ਹੈ। ਇਹ ਆਪਣੀ ਮਨਮਰਜ਼ੀ ਨਾਲ ਲਾਲਤ ਹੈ, ਕਿਉਂਕਿ ਜਿੰਨੇ ਵੀ ਦਸਮ ਗ੍ਰੰਥ ਮਹਾਰਾਜ ਦੇ ਪਵਿੱਤਰ ਬਾਣੀ ਦੇ ਸਰੂਪ ਲਿਖਤੀ ਰੂਪ ਦੇ ਵਿੱਚ ਹੈ, ਉਹਨਾਂ ਦੇ ਵਿੱਚ ਕਿਤੇ ਵੀ ਇਹ ਅਧਿਕ ਨਾਲ ਨਹੀਂ ਆਇਆ ਵਿਚਿੱਤਰ ਨਾਟਕ। ਇਸ ਕਰਕੇ ਅਧਿਕ ਤੋਂ ਬਗੈਰ ਹੀ ਵਿਚਿੱਤਰ ਸ਼ਬਦ ਹੈ। ਚਿੱਤਰ ਦਾ ਅਰਥ ਹੈ ਤਰ੍ਹਾਂ ਤਰ੍ਹਾਂ ਦੇ ਰੰਗਾਂ ਵਾਲਾ। ਨਾਟਕ ਨੂੰ ਕੌਤਕ ਦਾ ਹੁੰਦਾ ਹੈ, ਨਾਟ ਨੂੰ ਸੁਹਾਗ ਦਾ ਹੁੰਦਾ ਹੈ, ਘਾਹ ਨੂੰ ਕਰਨ ਵਾਲਾ। ਜਿਹੜਾ ਕੋਈ ਸੁਹਾਗ ਜਾਂ ਧਾਰਨ ਕਰਕੇ ਪੁਰਸ਼ ਜੋ ਕੁਛ ਕਹਿਣਾ ਕਿਸੇ ਨੂੰ ਸਮਝਾਉਣਾ ਹੈ, ਉਹ ਸੁਹਾਗ ਜਿਹਾ ਬਣਾ ਕੇ ਕਰੇ ਕਹੇ। ਜੇ ਹੁਣ ਵੀ ਆ ਕਈ ਜਿਹੜੇ ਲੋਟ ਹੈ, ਉਹ ਨਾਟਕ ਰਾਹੀਂ ਸੁਹਾਗ ਜਿਹਾ ਬਣਾ ਕੇ ਨਾ ਤੇ ਉਹ ਮੁਖੋਂ ਲਫ਼ਜ਼ ਕਹਿੰਦੇ ਨੇ। ਜੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਕੋਲ ਵੀ ਉਹ ਭਾਂਡ ਆ ਗਏ ਸੀ, ਸੁਹਾਗ ਜਿਹਾ ਧਾਰ ਕੇ ਸਾਰਾ ਕੁਝ ਦਿਖਾਉਂਦੇ ਸੀ। ਇਹ ਮਹਾਰਾਜ ਨੂੰ ਕਹਿੰਦੇ, ਮਹਾਰਾਜ ਅਸੀਂ ਦਿਖਾਈਏ ਨਾਟਕ।
महाराज कहते भी की दिखाओगे? कहते महाराज जो आप जी आज्ञा हो वही दिखा देंगे। फिर महाराज ਨੂੰ ਮਸੰਦਾਂ ਦੇ ਸੰਬੰਧ ਵਿੱਚ ਕੋਈ ਕਣਸੋ ਪਈ ਸੀ। ਇਹ ਸਿੱਖਾਂ ਦੇ ਘਰ ਦੇ ਵਿੱਚ ਜਾ ਕੇ ਬਹੁਤਾ ਮਾੜੀ ਹਰਕਤ ਕਰਦੇ ਹੈ, ਬਹੁਤਾ ਮੁੱਠਾ ਸਿੱਧਾ ਬੋਲਦੇ ਹੈ। ਫਿਰ ਮਹਾਰਾਜ ਕਹਿੰਦੇ ਵੀ ਆ ਮਸੰਦਾਂ ਦਾ ਜਿਹੜਾ ਨਾ ਸੁਹਾਗ ਹੈ ਇਹ ਬਣਾ ਕੇ ਇਹ ਨਾਟਕ ਕਰਕੇ ਤਮਾਸ਼ਾ ਕਰਕੇ ਦਿਖਾਓ ਇਹ ਕੀ ਕਰਦੇ ਆ ਸਿੱਖਾਂ ਦੇ ਘਰੇ ਵਿੱਚ ਜਾ ਕੇ। ਕਹਿੰਦੇ ਮਹਾਰਾਜ ਸਤ ਬਚਨ। ਫਿਰ ਜੋ ਕੁਛ ਉਹ ਕਰਦੇ ਕਰਾਉਂਦੇ ਸੀ ਇਹ ਮਸੰਦ ਉਹ ਇਹ ਜਿਹੇ ਬਣ ਕੇ ਫਿਰ ਇਹਨਾਂ ਨੇ ਦਿਖਾਉਣਾ ਸ਼ੁਰੂ ਕਰ ਦਿੱਤਾ। ਇੱਕ ਤਾਂ ਗਿੱਟਿਆਂ ਤੱਕ ਲੰਮਾ ਚਾਰਾ ਝੋਲਾ ਜਿਹਾ ਸਿੱਟ ਕੇ ਬਣ ਗਿਆ ਮਸੰਦ, ਤੇ ਘੋੜੀ ਤੇ ਚੜ ਗਿਆ ਤੇ ਨਾਲ ਲੈ ਲਈ ਬੇਸਬਾ ਉਸਨੇ, ਤੇ 2 ਬੋਤਲਾਂ ਸ਼ਰਾਬ ਦੀਆਂ ਵੀ, ਤੇ ਚੱਲ ਪਿਆ ਗੜਾਈ ਕਰਨ। ਤੇ ਦੂਜੇ ਪਾਸੇ ਜਿਹੜੇ ਨਾਲ ਦੇ ਸਾਥੀ ਸੀ ਉਹ ਬਹੁਤ ਜਿਵੇਂ ਗਰੀਬ ਸਿੱਖ ਹੋਵੇ ਨਾ ਹੋਏ ਜੇ ਰੂਪ ਦੇ ਵਿੱਚ ਬਣ ਗਏ, ਗਰੀਬ ਜੇ ਸਿੱਖ ਬਣ ਗਏ, ਗਰੀਬ ਕਮਾਈ ਜੀ ਗਰੀਬਣੀ ਜੀ ਬਣ ਗਈ। ਉਸ ਵਾਂਗ ਜਿਹਾ ਇਹੋ ਜਿਹਾ ਧਾਰ ਲਿਆ ਇਹਨਾਂ ਨੇ। ਜਦੋਂ ਮਸੰਦ ਸਾਹਿਬ ਜੀ ਉਹ ਗਰੀਬ ਸਿੱਖਾਂ ਦੇ ਘਰੇ ਦੇ ਸਾਹਮਣੇ ਹੋਏ, ਉਹਨਾਂ ਨੂੰ ਬੜਾ ਚਾਅ ਚੜਿਆ, ਬੜੇ ਹੱਥ ਜੋੜੇ ਉਹਨਾਂ ਨੇ ਵੀ ਜੀ ਆਇਆ ਜੀ ਆਇਆ, ਮੱਥੇ ਟੇਕੇ। ਤੇ ਉਹ ਹੁਣ ਮਸੰਦ ਸਾਹਿਬ ਜੀ ਸ਼ਰਾਬ ਨਾਲ ਰਜੇ ਹੋਏ ਸੀ, ਬੇਸਬਾ ਲਈ ਹੋਈ ਸੀ। ਉਹ ਧੱਕੇ ਦੇ ਮਾਰੇ ਕਹਿੰਦਾ ਐਵੇਂ ਖਾਲੀ ਹੱਥੀਂ ਮੱਥਾ ਟੇਕਦੇ ਆ ਗੁਰੂ ਕਿਆਂ ਨੂੰ, ਉਹ ਲਿਆਓ ਭੇਟਾ ਭੂਟਾ। ਉਹ ਵਿਚਾਰੇ ਨੇ ਕਿਤੇ ਇੱਧਰੋਂ ਉੱਧਰੋਂ 1 ਰੁਪਈਆ ਜਾਂ ਲਿਆਂਦਾ, ਉਹ ਚਲਾ ਕੇ ਮਾਰਿਆ। ਕਹਿੰਦੇ ਓਏ ਤੇਰੇ ਘਰੇ ਗੁਰੂ ਕੇ ਆਏ ਆ, 1 ਰੁਪਈਆ ਦਿੰਦਾ, ਇਹ ਅਸੀਂ ਨਹੀਂ ਲੈਂਦੇ ਗੁਰੂ ਕੇ। ਉਹ ਕਹਿੰਦਾ ਮਹਾਰਾਜ ਮੈਂ ਤਾਂ ਗਰੀਬ ਸਿੱਖ ਹੈ, ਮੇਰੇ ਘਰੇ ਗਰੀਬੀ ਹੈ, ਮੈਂ ਤਾਂ ਮਸਾਂ 1 ਰੁਪਈਆ ਹੀ ਲਿਆਂਦਾ ਹੈ, ਲੁੱਭ ਲੁੱਭ ਕੇ ਹੈ ਨਹੀਂ ਮੇਰੇ ਕੋਲ, ਇਹੀ ਕਬੂਲ ਕਰ ਲਓ ਜੀ। ਉਹ ਮੈਂ ਤਾਂ ਤਰਲੇ ਕਰਦਾ, ਉਹ ਧੱਫੇ ਮਾਰਦਾ ਹੈ। ਉਹ ਗੁਰੂ ਕਿਆ ਮਾਰਿਆ ਤੂੰ ਐਂ ਕਰਦਾ, ਤੇਰੇ ਘਰੇ ਗੁਰੂ ਕੇ ਆਏ ਸਤਿਕਾਰ ਨਹੀਂ ਕਰਦਾ ਤੂੰ। ਫਿਰ ਮੰਜੇ ਤੇ ਬਹਿ ਗਿਆ, ਜਿਵੇਂ ਬਸੰਤ ਬਹਿੰਦੇ ਹੋਵੇਂ ਬੈਠਾ ਉਹ ਭਾਂਡ ਬਣਾਵੇ ਗੁਰੂ ਕਿਆਂ ਨੂੰ ਛਕਣ ਵਾਸਤੇ ਲੰਗਰ ਪਾਣੀ। ਹੁਣ ਉਹ ਵਿਚਾਰਾ ਗਰੀਬ ਸੀ, ਉਹਨੇ ਉਸੇ ਤਰ੍ਹਾਂ ਦਾ ਰੁੱਖਾ ਮਿੱਸਾ ਜਿਹਾ ਲਿਆ ਰੱਖਿਆ, ਪੈ ਗਿਆ ਟੁੱਟ ਕੇ। ਉਹ ਆਏ ਤਾਂ ਗੁਰੂ ਕਿਆਂ ਦੇ ਕੁੱਤੇ ਵੀ ਨਹੀਂ ਖਾਂਦੇ ਹੋਏ, ਇਹ ਗੁਰੂ ਕਿਆਂ ਨੂੰ ਕੁਛ ਕਰਨਾ, ਗੁਰੂ ਕਿਆਂ ਤੋਂ ਕੁਝ ਲੈਣਾ। ਕਹਿੰਦੇ ਮਾਸ ਮੂਸ ਬਣਾ, ਸ਼ਰਾਬ ਦੀਆਂ ਬੋਤਲਾਂ ਲਿਆ, ਨਹੀਂ ਤਾਂ ਵੇਖ ਲਾ ਸਿੱਖੀ ਤੋਂ ਕਾਰਜ ਕਰ ਦਿਆਂਗੇ। ਉਹ ਵਿਚਾਰਾ ਗਰੀਬ ਫਸਿਆ ਫਸਾਇਆ, ਘਰ ਵਾਲੀ ਦਾ ਘੱਗਰਾ ਘੁੱਗਰਾ ਜਿਹਾ ਵੇਚ ਕੇ ਉਹ ਡਰਦਾ ਵੀ ਮੈਨੂੰ ਕਿਤੇ ਖਾਰਜ ਨਾ ਕਰ ਦੇਣ। ਇਹ ਤਾਂ ਨਹੀਂ ਕਰਨ ਵਾਲਾ ਸੀ ਸਾਰਾ ਕੁਝ ਵਿਚਾਰੇ ਨੇ, ਸਿੱਖੀ ਤੋਂ ਕਾਰਜ ਹੋ ਗਏ, ਫਿਰ ਕੀ ਰਹਿ ਗਿਆ ਕੋਲ। ਉਹ ਵਿਚਾਰੇ ਨੇ ਉਵੇਂ ਕਰਿਆ ਕਰਾਇਆ ਦੱਸਦੇ ਨੇ। ਇਸ ਤਰ੍ਹਾਂ ਖਾ ਪੀ ਕੇ ਰੱਜ ਰੁੱਝ ਕੇ ਮਸੰਦ ਸਾਹਿਬ ਜੀ ਬੇਸਬਾ ਨੂੰ ਨਾਲ ਕੇ ਲੈ ਕੇ ਬਰਾਜ ਗਏ। ਸਿੱਖ ਵਿਚਾਰਾ ਮੁੱਠੀਆਂ ਚਾਪੀਆਂ ਕਰਦਾ ਹੈ, ਇਹ ਗੰਦਮੰਦ ਬਕਦਾ ਹੈ। ਦਿਨ ਚੜ ਗਿਆ, ਅਗਲੇ ਦਿਨ ਕਹਿਣ ਲੱਗਾ ਲੈ ਵੀ ਹੁਣ ਗੁਰੂ ਕੇ ਆਏ, ਇਹਨਾਂ ਨੇ ਮੇਰਾ ਹੋਣਾ, ਲਿਆ ਕੋਈ ਭੇਟਾ ਪੂਜਾ। ਉਹ ਕਹਿੰਦਾ ਮਹਾਰਾਜ ਮੇਰੇ ਕੋਲ ਤਾਂ ਕੁਝ ਨਹੀਂ ਹੈ। ਕਹਿੰਦੇ ਹੈ ਤਾਂ ਖਾਲੀ ਹੱਥਾਂ ਕਿ ਗੁਰੂ ਕਿਆਂ ਨੇ ਜਾਣਾ ਨਹੀਂ ਹੈ, ਕੋਈ ਨਾ ਕੋਈ ਤਾਂ ਦੇਣਾ ਪਊ ਗੁਰੂ ਕੇ ਆਇਆ ਨੂੰ।
ਇਸ਼ਾਰਾ ਕਰਦੇ ਜਿਹੜੀ ਘਰ ਵਾਲੀ ਦੇ ਕੋਈ ਇੱਧਰ ਉੱਧਰ ਗਹਿਣੇ ਗੁਣੇ ਜੇ ਭੇਜ ਭੂਜ ਕੇ ਲਿਆਇਆ, ਉਹ ਲੈਂਦਾ ਹੀ ਨਹੀਂ ਹੈ। ਉਹ ਚੱਕ ਕੇ ਬੇਸਵਾ ਵੱਲ ਨੂੰ ਮਾਰਿਆ ਰੁਪਈਆ ਜਾ, ਗੁਰੂ ਕਿਆ ਮਾਰਿਆ ਸਰਾਪਿਆ, ਤੇਰੇ ਘਰੇ ਗੁਰੂ ਕੇ ਆਏ ਹੈ, ਉਹ ਤਾਂ ਕੋਈ ਦਿੰਦਾ ਹੀ ਨਹੀਂ ਹੈ ਸੋਮਾ। ਉਹ ਕਹਿੰਦਾ ਮੇਰੇ ਘਰੇ ਮਾਰਾ ਗਰੀਬੀ ਹੈ ਨਹੀਂ ਕੁਛ, ਮਾਫ ਕਰੋ ਜੀ। ਉਹ ਧੱਕੇ ਮਾਰਦਾ ਹੈ। ਇਸ ਤਰ੍ਹਾਂ ਜਦੋਂ ਨਾਟਕ ਜਿਹਾ ਕਰਕੇ ਦਿਖਾਇਆ ਨਾ, ਤਮਾਸ਼ਾ ਜਿਹਾ ਕਰਕੇ ਦਿਖਾਇਆ, ਹੈ ਪੂਰਾ ਸਵਾਂਗ ਧਾਰ ਕੇ, ਫਿਰ ਗੁਰੂ ਗੋਬਿੰਦ ਸਿੰਘ ਸਾਹਿਬਾਂ ਨੂੰ ਬੜਾ ਭਾਰੀ ਵੀਰ ਰਸ ਆ ਗਿਆ। ਕਹਿੰਦੇ ਵੀ ਸਾਡੇ ਸਿੱਖਾਂ ਦੇ ਘਰ ਦੇ ਵਿੱਚ ਸਾਡੇ ਮਸੰਦ ਆ ਕੁਛ ਅਰਥ ਕਰਦੇ, ਇਹੋ ਜਿਹੀਆਂ ਫੁਰਤਤਾਂ ਕਰਦੇ ਇਹ। ਉਸੇ ਵੇਲੇ ਸਿੰਘਾਂ ਨੂੰ ਹੁਕਮ ਕਰਦਾ, ਕਹਿੰਦੇ ਜਿੱਥੇ ਜਿੱਥੇ ਹੈ ਸਾਰਿਆਂ ਨੂੰ ਕਹਿੰਦੇ ਇਹਨਾਂ ਨੂੰ ਦਾੜੀਆਂ ਤੇ ਫੜ ਕੇ ਲਿਆਓ, ਮੁੱਛਾਂ ਤੋਂ ਫੜ ਕੇ ਲਿਆਓ, ਗਿੱਚੀ ਤੋਂ ਫੜ ਕੇ ਲਿਆਓ, ਕੰਨਾਂ ਤੋਂ ਫੜ ਕੇ ਲਿਆਓ, ਇਹਨਾਂ ਨੂੰ ਨੂੜ ਨੂੜ ਕੇ ਲਿਆਓ ਇਹਨਾਂ ਨੂੰ। ਉਹ ਜਿੱਥੇ ਕਿਤੇ ਹੀ ਸਾਰੇ ਫਿਰ ਅਨੰਦਪੁਰ ਦੇ ਵਿੱਚ ਇਕੱਠੇ ਕਰ ਲਏ। ਇਹ ਜਿਹੋ ਜਿਹੀ ਕੋਈ ਗਲਤੀ ਸੀ ਉਹ ਸੰਸਾਰੀ ਫਿਰ ਉਹਦੀ ਸਜ਼ਾ, ਜਿਹੜੇ ਬੜੇ ਗੁਨਾਹਗਾਰ ਸੀ, ਆ ਕੁਛ ਕਰਦੇ ਸੀ ਖਾ ਪੀ ਕੇ ਬਦਮਾਸ਼ੀਆਂ, ਉਹਨਾਂ ਨੂੰ ਫਿਰ ਤੇਲ ਪਾ ਪਾ ਕੇ ਸਾੜਿਆ। ਇਸ ਤਰ੍ਹਾਂ ਕਹਿੰਦੇ ਜਿਹੜਾ ਜਿਹਦੇ ਵਿੱਚ ਰੰਗਾਂ ਰੰਗਾਂ ਦਾ ਨਾਟਕ ਹੋਵੇ, ਨੰਗਾਂ ਰੰਗਾਂ ਦੇ ਕੌਤਕ ਹੋਣ, ਉਹ ਜਿਹੜਾ ਗ੍ਰੰਥ ਹੈ ਹੁਣ ਅਸੀਂ ਲਿਖਦੇ ਹਾਂ, ਅਸੀਂ ਗ੍ਰੰਥ ਲਿਖਦੇ ਹਾਂ। ਲਿਖਿਆ ਤੇ ਗ੍ਰੰਥ ਗੱਗੇ ਨੂੰ ਸਿਹਾਰੀ, ਰਾਰੇ ਤੇ ਟਿੱਪੀ ਥੱਥਾ, ਇਹ ਸ਼ਬਦ ਹੈ। ਕਈ ਭਾਗਾਂ ਵਿੱਚ ਗੱਗੇ ਦੇ ਹੇਠਾਂ ਰਾਰਾ ਤੇ ਉੱਤੇ ਉਹਦੇ ਟਿੱਪੀ ਤੇ ਥੱਥਾ ਗ੍ਰੰਥ ਹੀ ਲਿਖਿਆ, ਸਿਹਾਰੀ ਹੈ ਨਹੀਂ। ਪਰ ਪੁਰਾਤਨ ਸਰੂਪਾਂ ਦੇ ਵਿੱਚ ਗੱਗੇ ਨੂੰ ਸਿਹਾਰੀ, ਰਾਰੇ ਤੇ ਟਿੱਪੀ ਤੇ ਥੱਥਾ ਮੁਕਤਾ ਗ੍ਰੰਥ, ਇਸੇ ਤਰ੍ਹਾਂ ਇਹ ਸ਼ੁੱਧ ਪਾਠ ਸਮਝਣਾ ਹੈ। ਤੇ ਅੱਗੇ ਲਿਖਿਆ ਤੇ ਇਹ ਪੂਰੇ ਜਈਏ ਨਾਲ ਹੈ। ਕਈ ਭਾਗਾਂ ਦੇ ਵਿੱਚ ਇੱਥੇ ਅੱਧਾ ਜਈਆ ਲਾਇਆ, ਯਾਨੀ ਜਿਵੇਂ ਹਿੰਦੀ ਦਾ ਜੱਜਾ ਜਿਹਾ ਹੁੰਦਾ ਹੈ ਨਾ, ਇਸ ਤਰ੍ਹਾਂ ਦਾ ਉਹ ਜਈਆ ਛਾਪਿਆ ਹੋਇਆ ਹੈ। ਇੱਥੇ ਮੇਰੇ ਭਾਗ ਤੇ ਵੀ ਉਹ ਅੱਧਾ ਜਈਆ ਜਿਹਾ ਛਾਪਿਆ ਹੋਇਆ ਸੀ। ਦੋ ਭਾਗ ਹੈ, ਸਾਰਿਆਂ ਤੇ ਜਈਆ ਨਹੀਂ ਲਿਖਿਆ, ਪਰ ਪੂਰੇ ਜਈਏ ਨਾਲ ਸ਼ੁੱਧ ਸਮਝਣਾ ਹੈ। ਅੱਜ ਹੁਣ ਇਸ ਤੋਂ ਉਪਰੰਤ ਵਿਚਿੱਤਰ ਰੰਗਾਂ ਰੰਗਾਂ ਵਾਲਾ ਨਾਟਕ ਜਿਹੜਾ ਕੌਤਕ ਹੈ, ਕੌਤਕਾਂ ਵਾਲਾ ਹੈ, ਤਰ੍ਹਾਂ ਤਰ੍ਹਾਂ ਦੇ ਕੌਤਕਾਂ ਵਾਲਾ, ਤਮਾਸ਼ਿਆਂ ਵਾਲਾ ਜਿਹੜਾ ਗ੍ਰੰਥ ਹੈ ਉਹ ਲਿਖਦੇ ਹਾਂ। ਤੁਹਾਡੇ ਪ੍ਰਸਾਦ ਤੇਰੀ ਕਿਰਪਾ ਨਾਲ। ਸ੍ਰੀ ਮੁਖ ਵਾਕ ਪਾਤਸ਼ਾਹੀ 10ਵੀਂ। ਇਹ ਸ੍ਰੀ ਸੁਭਾਏ ਮਾਨ ਮੁਖ ਦੇ ਬਾਗ ਪਾਤਸ਼ਾਹੀ 10ਵੀਂ ਗੱਦੀ ਦੇ ਮਾਲਕ, 10ਵੀਂ ਗੁਰਤਾ ਗੱਦੀ ਦੇ ਮਾਲਕ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ, ਉਹਨਾਂ ਦੇ ਮੁਖ ਦੇ ਬਾਗ। ਇਸ ਤਰ੍ਹਾਂ ਵਿਚਿੱਤਰ ਦਾ ਅਰਥ ਅਜੀਬ ਵੀ ਹੁੰਦਾ ਹੈ, ਨਾਟਕ ਦਾ ਅਰਥ ਸੁੰਦਰ ਹੁੰਦਾ ਹੈ। ਵੀ ਜਿਹੜਾ ਚਿੱਤਰ ਅਜੀਬ ਤਰ੍ਹਾਂ ਦੀ ਸੁੰਦਰਤਾਈ ਵਾਲਾ ਜਿਹੜਾ ਗ੍ਰੰਥ ਹੈ, ਬਹੁਤ ਸੁੰਦਰਤਾਈ ਵਾਲਾ ਜਿਹੜਾ ਗ੍ਰੰਥ ਹੈ ਨਾ, ਜਿਹਦੇ ਵਿੱਚ ਬਹੁਤ ਸੁੰਦਰ ਕੁਛ ਕਥਨ ਕੀਤਾ ਹੈ, ਉਹ ਪਰਮੇਸ਼ਰ ਹੀ ਸਭ ਤੋਂ ਸੁੰਦਰ ਹੈ। ਇਸ ਤਰ੍ਹਾਂ ਅਜੀਬ ਹੀ ਸੁੰਦਰਤਾਈ ਵਾਲਾ ਜਿਹੜਾ ਗ੍ਰੰਥ ਹੈ, ਚਰਜੀ ਸੁੰਦਰਤਾਈ ਵਾਲਾ ਜਿਹੜਾ ਗ੍ਰੰਥ ਹੈ, ਹੁਣ ਲਿਖਦੇ ਹਾਂ ਤਾਂ ਪ੍ਰਸਾਦ ਤੇਰੀ ਕਿਰਪਾ ਨਾਲ। ਵਿਚਿੱਤਰ ਨਾਟਕ ਕਿਉਂਕਿ ਇਹਦੇ ਵਿੱਚ
ਵਿਚਿੱਤਰ ਨਾਨਾ ਤਰ੍ਹਾਂ ਦਾ ਹੁੰਦਾ ਹੈ, ਨਾਨਾ ਤਰ੍ਹਾਂ ਦੇ ਕੌਤਕ ਹੈ। ਤੇ ਵਿਚਿੱਤਰ ਇੱਕ ਸ਼ਬਦ ਅਲੰਕਾਰ ਵੀ ਹੈ, ਵੀ ਜੋ ਅਲੰਕਾਰ ਵਿੱਚ ਸ਼ਬਦ ਵਿੱਚ ਕਿਹਾ ਹੈ ਉਹਦੇ ਵਿੱਚ ਹੀ ਉਹ ਤੋਂ ਉਲਟ ਵੀ ਕਿਹਾ ਜਾਏ। ਉਹ ਇਸ ਤਰ੍ਹਾਂ ਜਿੱਥੇ ਉਹ ਕਿਹਾ ਹੋਇਆ ਨਾ ਇਹ ਲਫ਼ਜ਼, ਜੋ ਉਸੇ ਨਾਲ ਉਹ ਤੋਂ ਉਲਟ ਵੀ ਕਿਹਾ ਹੈ। ਜੇ ਪ੍ਰਭ ਸਾਖ ਨਿਵਿਤ ਠਹਿਰਾਏ, ਵੀ ਜਿਹੜੇ ਕੋਈ ਅਗਾਹੀ ਦੇਣ ਵਾਸਤੇ ਜੀਵਾਂ ਦੇ ਕਰਮਾਂ ਦੀ ਉਹ ਨੀਅਤ ਕੀਤੇ ਸੀ ਨਾ 8 ਸਾਖੀ, ਇਹਦੇ ਉਲਟਾ ਵੀ ਤੇ ਹੀ ਆਏ ਪ੍ਰਭੂ ਕਹਿਵਾਏ। ਫਿਰ ਉਲਟ ਹੋ ਗਿਆ ਨਾ, ਇਸ ਤਰ੍ਹਾਂ ਜਿਹੜਾ ਵਿਪਰੀਤ ਹੋਵੇ, ਜਿਹੜਾ ਕੋਈ ਕਥਨ ਕਰ ਰਿਹਾ ਉਹਦੇ ਵਿੱਚ ਨਾਲ ਉਹ ਤੋਂ ਉਲਟ ਵੀ ਹੋਵੇ। ਇਹ ਤੇ ਵੀ ਬਸ ਮਮਤਾ ਹੋਏ ਗਏ, ਵੀ ਉਹ ਵੀ ਮੈਂ ਮੇਰੀ ਦੇ ਅਧੀਨ ਹੋ ਗਏ। ਇਸੇ ਤਰ੍ਹਾਂ ਪਰਮੇਸ਼ਰ ਪਾਹਨ ਠਹਿਰਾਏ, ਵੀ ਉਹਨਾਂ ਨੇ ਪਰਮੇਸ਼ਰ ਨੂੰ ਕਹਿੰਦੇ ਪੱਥਰ ਨੂੰ ਪਰਮੇਸ਼ਰ ਨਿਯਤ ਕਰ ਲਿਆ। ਇਸੇ ਤਰ੍ਹਾਂ ਫਿਰ ਅੱਗੇ ਆ ਵੀ ਉਹ ਪਹਿਲਾਂ ਤਬ ਹਰ ਸਿਰ ਸਾਧ ਕੇ ਠਹਿਰਾਏ, ਫਿਰ ਉਹ ਤੋਂ ਉਲਟ ਵੀ ਹੈ ਤਿਨ ਵੀ ਪਰਮ ਪੁਰਖ ਨਹੀਂ ਪਾਏ। ਇਉਂ ਜਿਹੜਾ ਕੋਈ ਸ਼ਬਦ ਹੈ ਅਲੰਕਾਰ ਕਾਰਜ ਦੇ ਫਲ ਤੋਂ ਉਲਟ ਕੁਝ ਕਹਿਣ ਦਾ ਯਤਨ ਕਰਨਾ, ਜਿਵੇਂ ਉਹ ਇਹਦਾ ਇਹ ਲਕਸ਼ਣ ਕੀਤਾ ਦੋਹਰੇ ਵਿੱਚ ਜਹਾਂ ਕਰ ਉਦਮ ਕੁਛੂ ਫਲ ਚਾਹਤ ਵਿਪਰੀਤ, ਵਰਣ ਤਹਾਂ ਵਿਚਿਤ੍ਰ ਹੈ ਜੇ ਕਿਵਿਤ ਰਸ ਪ੍ਰੀਤ। ਇਹ ਲਲਿਤ ਲਲਾਮ ਪੁਸਤਕ ਦੇ ਵਿੱਚ ਖੋਲਿਆ ਹੋਇਆ ਹੈ। ਇੱਕ ਸ਼ਬਦਾਲੰਕਾਰ ਵੀ ਹੈਗਾ, ਗੁਰ ਸ਼ਬਦਾਲੰਕਾਰ ਭਾਈ ਕਾਹਨ ਸਿੰਘ ਜੀ ਨੇ ਲਿਖਿਆ। ਗੁਰਬਾਣੀ ਵਿੱਚ ਜਿੰਨੇ ਮਹਾਰਾਜ ਨੇ ਕੋਈ ਅਲੰਕਾਰ ਵਰਤੇ ਉਹਨਾਂ ਦਾ ਨਿਰਣਾ ਕੀਤਾ ਹੈ, ਤੇ ਉਹ ਤੋਂ ਬਗੈਰ ਬਾਕੀ ਜਿਹੜੇ ਅਲੰਕਾਰ ਆ ਉਹ ਲਲਿਤ ਲਾਮ ਵਿੱਚ ਹੈ। ਰੋ ਵਿਚਾਰ ਆਪਾਂ ਇਹ ਜਿਹੜਾ ਕੋਈ ਧਾਰਮਿਕ ਪੁਸਤਕਾਂ ਵਿੱਚ ਅਸ ਦੇ ਕੋਈ ਸਤਿਕਾਰ ਵਿੱਚ ਲਫ਼ਜ਼ ਲਿਖੇ ਉਹ ਬਾਚਲੇ ਸੰਪਰਦਾਇ ਅਨੁਸਾਰ ਵੀ ਇਸ ਤੋਂ ਉਪਰੰਤ, ਇਸ ਤੋਂ ਬਾਅਦ, ਇਸ ਤੋਂ ਪਛਾਤ ਮੁੱਖ ਰੂਪ ਵਿੱਚ ਅਰਥ ਉਹ ਆਪਾਂ ਪੜ੍ਹ ਸੁਣ ਲਏ। ਹੁਣ ਅੱਗੇ ਦੋਹਰੇ ਛੰਦ ਵਿੱਚ ਜਿਵੇਂ ਵਾਹਿਗੁਰੂ ਪਰਮੇਸ਼ਰ ਦੀ ਉਹ ਖੜਗ ਕੇਤ ਮੈਂ ਸਰਨ ਤਿਹਾਰੀ, ਆਪ ਹਾਥ ਦਾ ਲਿਹੋ ਉਵਾਰੀ, ਸਰਵ ਠੌਰ ਮੋਹ ਹੋ ਸਹਾਈ, ਦੁਸ਼ਟ ਤੋਖ ਤੇ ਲਿਹੋ ਬਚਾਈ ਕਿਹਾ ਹੈ। ਉਸੇ ਭਾਵ ਨਾਲ ਰੱਖਦੇ ਹੋਏ ਸਿਲੇਖਾ ਅਲੰਕਾਰ ਵਿੱਚ ਲਫ਼ਜ਼ ਕਹਿ ਰਹੇ ਹਨ। ਨਮਸਕਾਰ ਸ੍ਰੀ ਖੜਗ ਕੋ। ਗੁਰੂ ਕਲਗੀਧਰ ਜੀ ਕਹਿੰਦੇ ਹਨ, ਜੋ ਨਮਸਕਾਰ ਸ੍ਰੀ ਖੜਗ ਕੋ, ਜੋ ਸ੍ਰੀ ਨਾਲ ਸ਼ਕਤੀ ਦਾ ਹੁੰਦਾ ਹੈ, ਖੜਗ ਨੂੰ ਤਲਵਾਰ ਦਾ ਹੁੰਦਾ ਹੈ। ਜੋ ਕਹਿੰਦੇ ਇਸ ਤਰ੍ਹਾਂ ਜਿਹੜੀ ਤਲਵਾਰ ਬੜੀ ਸ਼ਕਤੀ ਵਾਲੀ ਹੈ, ਇਸ ਨੂੰ ਜੋ ਧਾਰਨ ਵਾਲਾ ਕੌਣ ਹੈ? ਉਹ ਖੜਗ ਕੇਤ ਵਾਹਿਗੁਰੂ ਹੈ। ਖੜਗ ਨਾਲ ਤਲਵਾਰ ਦਾ ਵੀ ਹੈ, ਖਲਗ ਲਾਉਣ ਸਾਹਿਬ ਦਾ ਵੀ ਹੁੰਦਾ ਹੈ, ਕਿਉਂਕਿ ਸ੍ਰੀ ਸਾਹਿਬ ਵੀ ਅਸੀਂ ਕਹਿੰਦੇ ਨਾ ਤਲਵਾਰ ਨੂੰ। ਇਸ ਕਰਕੇ ਨਮਸਕਾਰ ਸ੍ਰੀ ਖੜਗ ਕੋ, ਨਮਸਕਾਰ ਹੈ ਸ੍ਰੀ ਸਾਹਿਬ ਨੂੰ। ਸ੍ਰੀ ਸਾਹਿਬ ਕੌਣ ਹੈ? ਮਾਇਆ ਦਾ ਮਾਲਕ ਪਰਮੇਸ਼ਰ ਹੈ। ਜਿਵੇਂ ਪ੍ਰਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ, ਉੱਥੇ ਵੀ ਇਹੀ ਹੈ।
ਉਹ ਭਗਉਤੀ ਦਾ ਅਰਥ ਤਲਵਾਰ ਹੈ, ਭਗਉਤੀ ਦਾ ਅਰਥ ਸਾਹਿਬ ਵੀ ਹੈ। ਵੀ ਸਭ ਤੋਂ ਪਹਿਲਾਂ ਜਿਹੜਾ ਸ੍ਰੀ ਸਾਹਿਬ ਹੈ, ਮਾਇਆ ਦਾ ਮਾਲਕ ਹੈ, ਪਰਮੇਸ਼ਰ ਅਕਾਲ ਪੁਰਖ, ਉਹਨੂੰ ਅਸੀਂ ਸਿਮਰਦੇ ਹਾਂ, ਯਾਦ ਕਰਦੇ ਹਾਂ। ਉਸ ਤੋਂ ਬਾਅਦ ਫਿਰ ਉਸੇ ਦਾ ਜਿਹੜਾ ਸਰੂਪ ਹੈ, ਸਰਗੁਣ ਰੂਪ ਗੁਰੂ ਨਾਨਕ ਸਾਹਿਬ ਜੀ, ਉਹਨੂੰ ਧਿਆਉਂਦੇ ਹਾਂ। ਫਿਰ ਇਸ ਤੋਂ ਉਪਰੰਤ ਨਾਲ ਹੀ ਉਹਨਾਂ ਦਾ ਹੀ ਸਰੂਪ, ਉਹਨਾਂ ਦੀ ਗੱਦੀ 'ਤੇ ਵਿਰਾਜਣ ਵਾਲੇ ਗੁਰੂ ਅੰਗਦ ਸਾਹਿਬ ਜੀ, ਗੁਰੂ ਅਮਰਦਾਸ ਸਾਹਿਬ ਜੀ, ਚੌਥੇ ਪਾਤਸ਼ਾਹ ਗੁਰੂ ਰਾਮਦਾਸ ਸਾਹਿਬ ਜੀ, ਉਹ ਸਾਡੇ ਸਹਾਈ ਹੋਣ। ਇਸੇ ਤਰ੍ਹਾਂ ਗੁਰੂ ਅਰਜਨ ਦੇਵ ਜੀ, ਗੁਰੂ ਹਰਗੋਬਿੰਦ ਸਾਹਿਬ ਜੀ, ਸੱਤਵੇਂ ਪਾਤਸ਼ਾਹ ਸਤਿਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ, ਸ਼੍ਰੀ ਹਰਿਕ੍ਰਿਸ਼ਨ ਤੇ ਆਈਏ ਡਿੱਠੇ ਸਭ ਜਗਾਏ, ਤੇਗ ਬਹਾਦਰ ਸਿਮਰਿਐ ਕਰਨੌਨ ਦੇ ਆਵੈ ਤਾਏ। ਜੇ ਉਹ ਉੱਥੇ ਮੁੜ ਤੇ ਪ੍ਰਥਮ ਭਗਉਤੀ ਕਿਹਾ ਨਾ, ਕਈ ਜਿਹੜੇ ਉਸ ਸੰਪਰਦਾ ਵਿੱਚੋਂ ਨਹੀਂ ਪੜ੍ਹੇ, ਉਹ ਕਹਿੰਦੇ ਇੱਥੇ ਭਗਉਤੀ ਦਾ ਅਰਥ ਦੇਵੀ ਹੈ। ਤਾਂ ਪ੍ਰਕਰਨ ਅਨੁਸਾਰ ਹੈ ਨਾ, ਜਿਵੇਂ ਇੱਕ ਭਗਉਤੀ ਪੰਥ ਵੀ ਹੈਗਾ ਹੈ, ਸੋ ਭਗਉਤੀ ਜੋ ਭਗਵੰਤ ਹੈ ਜਾਣੈ, ਭਗਉਤੀ ਭਗਵੰਤ ਭਗਤ ਕਾ ਰੰਗ, ਸਗਲ ਤੇ ਆਗਾ ਦੁਸ਼ਟ ਕਾ ਸੰਗ। ਇਹ ਅਸਲੀ ਭਗਉਤੀ ਹੈ, ਉਹ ਅਸਲੀ ਰਾਸ ਧਾਰੀਆ ਹੈ। ਇੱਕ ਉਹ ਪੈਰਾਂ ਨਾਲ ਘੁੰਗਰੂ ਜੇ ਬੰਨ੍ਹ ਕੇ, ਇਸੇ ਤਰ੍ਹਾਂ ਵੱਡਾ ਸਾਰਾ ਘੁੰਗੂਆਂ ਵਾਲਾ ਸੋਟਾ ਜਿਹਾ ਲੈ ਕੇ ਉਹ ਨੱਚਦੇ ਟੱਪਦੇ, ਉਹਨਾਂ ਨੂੰ ਭਗਉਤੀਏ ਕਹਿੰਦੇ ਹੈ। ਉੱਥੇ ਹੁਣ ਜਿਹੜਾ ਕੋਈ ਗੁਰਬਾਣੀ ਵਿੱਚ ਭਗਉਤੀ ਭਗਵੰਤ ਭਗਤ ਕਾ ਰੰਗ ਕਿਹਾ, ਉੱਥੇ ਕੋਈ ਦੇਵੀ ਦਾ ਅਰਥ ਥੋੜ੍ਹਾ ਹੈ। ਉਹ ਪ੍ਰਕਰਨ ਅਨੁਸਾਰ ਵੀ ਅਸਲੀ ਭਗਉਤੀ ਗੁਰਮਤਿ ਅਨੁਸਾਰ ਉਹ ਹੈ ਜਿਹਨੂੰ ਭਗਤੀ ਦਾ ਰੰਗ ਚੜ੍ਹਿਆ ਹੈ। ਭਗਤੀ ਦੀ ਖੁਸ਼ੀ ਦੇ ਵਿੱਚ ਜਿਹੜਾ ਕੋਈ ਉਹ ਨੱਚਦਾ ਟੱਪਦਾ ਹੈ, ਉਹਦੇ ਰੰਗ ਦੇਖ ਕੇ, ਕੌਤਕ ਦੇਖ ਕੇ, ਅਨੁਭਵ ਦੁਆਰਾ ਇਹ ਸਾਰੇ ਦੁਸ਼ਟਾਂ ਦਾ ਜਿਹੜਾ ਸਾਧ ਸੰਗ ਛੱਡਦੇ, ਉਹ ਅਸਲੀ ਭਗਉਤੀ ਹੈ, ਅਸਲੀ ਰਾਸਧਾਰੀ ਹੈ। ਇਸੇ ਤਰ੍ਹਾਂ ਨਮਸਕਾਰ ਸ੍ਰੀ ਖੜਗ ਕੋ, ਦੂਜੇ ਰੂਪ ਜੇ ਅਸਤੂਲ ਵੀ ਜਿਹੜੀ ਤਲਵਾਰ ਸ੍ਰੀ ਨੂੰ ਸ਼ਕਤੀ ਵਾਲੀ, ਤਾਕਤ ਵਾਲੀ ਹੈ, ਸ੍ਰੀ ਨੂੰ ਸ਼ਕਤੀ ਦਾ ਹੈ। ਖੜਗ ਦਾ ਅਰਥ ਹੈ ਤਲਵਾਰ, ਜੋ ਬੜੀ ਤਾਕਤ ਵਾਲੀ ਤਲਵਾਰ ਹੈ, ਕਿਉਂਕਿ ਦੁਸ਼ਟਾਂ ਦਾ ਨਾਸ਼ ਕਰਨ ਵਾਲੀ ਤਲਵਾਰ ਹੀ ਹੈ ਨਾ। ਜੇ ਤਲਵਾਰ ਨਾ ਹੋਵੇ ਤਾਂ ਮਨੁੱਖ ਕੀ ਕਰੂਗਾ। ਇਸ ਕਰਕੇ ਜਿਹੜੀ ਮਹਾਨ ਸ਼ਕਤੀ ਵਾਲੀ ਤਲਵਾਰ ਹੈ, ਉਸਨੂੰ ਵੀ ਨਮਸਕਾਰ ਹੈ। ਜਿਵੇਂ ਉਹ ਕਿਹਾ, ਅਸ ਕਿਰਪਾਨ ਖੰਡੋ ਖੜਗ ਤੋਕ ਤਵ ਅਰ ਤੀਰ, ਸਹਿਬ ਸਰੋਹੀ ਸਹਿਤੀ ਜਹ ਹਮਾਰਾ ਪੀਰ। ਇਹ ਸਾਡੇ ਪੀਰ ਨੇ, ਪੂਜਨੀਕ ਨੇ, ਸਤਿਕਾਰਯੋਗ ਨੇ। ਇਸ ਤਰ੍ਹਾਂ ਜੋ ਮਹਾਨ ਸ਼ਕਤੀ ਵਾਲੀ ਇਹ ਸ੍ਰੀ ਸਾਹਿਬ, ਉਸਨੂੰ ਨਮਸਕਾਰ ਹੈ। ਕਰੋ ਸੋ ਹਿਤ ਚਿਤ ਲਾਏ ਬੜਾਏ, ਚਿਤ ਦਾ ਹਿਤ ਲਾ ਕੇ, ਚਿਤ ਦਾ ਪ੍ਰੇਮ ਲਾ ਕੇ ਸ੍ਰੀ ਸਾਹਿਬ ਨੂੰ ਮੱਥਾ ਟੇਕਦੇ ਹਾਂ। ਪੂਰਨ ਕਰੋ ਗ੍ਰੰਥ ਇਹ, ਨਾੜ ਜਾਚਨਾ ਕਰਦੇ ਹਾਂ। ਇਹ ਜਿਹੜਾ ਅਸੀਂ ਗ੍ਰੰਥ ਤਰ੍ਹਾਂ ਤਰ੍ਹਾਂ ਦੇ ਨਾਟਕਾਂ ਵਾਲਾ, ਕੌਤਕਾਂ ਵਾਲਾ ਪ੍ਰਾਰੰਭ ਕਰ ਰਹੇ ਹਾਂ। ਹੇ ਸ੍ਰੀ ਸਾਹਿਬ, ਓਏ ਮਾਇਆ ਦੇ ਮਾਲਕ ਪਰਮੇਸ਼ਰ, ਤੁਸੀਂ ਇਹਨੂੰ ਪੂਰਨ ਕਰ ਦਿਓ। ਤੁਮ ਮੋਹ ਕਰਹੁ ਸਹਾਇ, ਤੁਸੀਂ ਮਹਾਰਾ ਮੇਰੀ ਸਹਾਇਤਾ ਕਰੋ ਇਹ ਗ੍ਰੰਥ ਪੂਰਨ ਕਰਨ ਕਰਵਾਉਣ ਵਿੱਚ। ਤ੍ਰਿਭੰਗੀ ਛੰਦ ਸ੍ਰੀ ਕਾਲ ਜੀ ਕੀ ਉਸਤਤ, ਖਗ ਖੰਡ ਬਿਹੰਡੰ ਖਲ ਦਲ ਖੰਡੰ। ਤ੍ਰਿਭੰਗੀ ਨਾਮ ਦਾ ਜਿਹੜਾ ਛੰਦ ਹੈ, ਉਹਦੇ ਵਿੱਚ ਸ੍ਰੀ ਕਾਲ ਜੀ ਕੀ ਉਸਤਤ, ਸ੍ਰੀ ਨੂੰ ਸ਼ਕਤੀ ਦਾ ਹੈ, ਕਾਲ ਨੂੰ ਮਾਰਨ ਦਾ ਹੈ। ਜਿਹੜੀ ਮਾਰਨ ਵਾਲੀ ਸ਼ਕਤੀ ਰੱਖਦੀ ਹੈ ਉਹ ਕਿ ਸ੍ਰੀ ਸਾਹਿਬ ਤਲਵਾਰ ਹੀ ਹੈ। ਜਾਂ ਵਾਹਿਗੁਰੂ ਦੀ ਜਿਹੜੀ ਸ਼ਕਤੀ ਹੈ ਉਹ ਸਾਰਿਆਂ ਨੂੰ ਸੰਘਾਰਨ ਦੀ ਸ਼ਕਤੀ ਰੱਖਦੀ। ਇਸ ਕਰਕੇ ਜੋ ਮਾਰਨ ਵਾਲੀ ਸ਼ਕਤੀ ਹੈ ਨਾ, ਪਰਮੇਸ਼ਰ ਦੀ ਸੰਘਾਰ ਕਰਨ ਵਾਲੀ ਸ਼ਕਤੀ, ਉਸ ਦੀ ਉਸਤਤ ਹੀ ਹੈ।
उस परमेश्वर की समझो, क्योंकि परमेश्वर की शक्ति है, परमेश्वर तो कोई बखरी नहीं। जिमें नाम ते नामी एक रूप है, जिमें वाहिगुरु ते वाहिगुरु की शक्ति एक रूप है। जिथे वाहिगुरु उथे उसकी शक्ति है, जिथे शक्ति उथे वाहिगुरु आप है। वो इस करके श्री काल जी की उस्तत, जो काल करने वाली मारन वाली शक्ति है, उसकी उस्ती कर दिया कैसी है। खग खंड बिहंडं खल दल खंडं। कहते खग खंड बिहंडं, जी ये श्री साहब है, खग है, तलवार है, या परमेश्वर की तलवार रूप शक्ति है। ये खग खंड बिहंड, टोटे टोटे करके, टुकड़े टुकड़े करके बिहंडों की चंगी तरह नाश करने वाली है, भाव चंगी तरह खत्म कर देने वाली है। खल दल खंडं, जेड़े खल किए मूर्खां दे दल है, मूर्खां दे ढुंड हन, उन्होंने भी टोटे टोटे करने वाली है। अत रण मंडं बर बंडं। इस तरह कहते बड़ी जंग नूं कहते मंडों की सुझा देने वाली है। जे हम जंग युद्ध विच श्री साहबां फड़ियां हन ते चलदियां हन ते फिर ही जंग सभजदा है। जे तलवार तो बगैर एवें घुसन मुक्की जे हुई होवे ते लड़ाई नहीं ना सजदी। जंग नूं सजाउंदी श्री साहब तलवार ही। इस करके आ तरह मंडू जिहड़ा जंग युद्ध उन्होंने बड़ी कहते चंगी तरह सजा देने वाली है। ते बर बंडों बड़ी ऐसी है, श्री साहब बलवान है, जा बल बख्शण वाली है। भुज दंड अखंडं तेज प्रचंडं। फिर जी वाहिगुरु की ये शक्ति है, ये जड़ियाँ भुजा है कहते अखंड है, डंड तो रहत है, डंडे वत अखंड मजबूत बाहां वाली है शक्ति। तेज प्रचंड बड़े तिखे प्रचंडू तेज प्रताप वाली है। जोत अमंडं भान प्रभं। जिसकी जड़ी जोत है कहते जड़ी भान की प्रभु की सूरज की शोभा है, ਉਹਦੀ जोत ਦੇ अमंडों की फिक्की पैंदी है। भान सूरज की जड़ी शोभा है, उसकी जोत के अगे अमंडों मात पैंदी है, फिक्कियां पैंदी है। सुख संता करणं दुर्मत धरणं। फिर श्री साहब जड़ी है वाहिगुरु की शक्ति, ਜਿਹੜੇ संत है उन्होंने कहते सुखी करने वाली है, सुख बख्शण वाली है। ਜਿਹੜੇ दुर्मतलीए लोग है, खोटी मत वाले है, उन्होंने दलमल देन वाली है। किल बिख हरणं अस शरणं। ते इसे तरह ਜਿਹੜੇ कोई ਵੱਡੇ ਵੱਡੇ ਬੰਜਰ पाप है, उन्होंने भी वो अकाल पुरख की जी शक्ति रूप तलवार है, नाश कर देने वाली है। ते दूजे रूप दे जी असूर रूप श्री साहब है, तलवार है, वो बड़े बड़े ਜਿਹੜੇ बजर पाप करने वाले है, दुष्ट लोग, उन्होंने नाश कर देने वाली है। अस शरण ऐसी है तलवार, असी उसकी शरण हाँ। सानू उसका ऐसी तलवार का श्री साहब का शक्ति का शरण किए आसरा है। जय जय जग कारण सृष्ट उबारण। जो संसार का कारण रूप है श्री साहब परमेश्वर की शक्ति, उसकी जय होवे जय होवे। जो सृष्टि नूं कहते दुष्टां दोखियां तो बचाउण वाली भी है। मम प्रतपारण जय तेगं। पर कहते मेरी भी पालना करने वाली है, मेरी भी रक्षा करने वाली है। जय तेगो, हे ऐसी तेग, हे ऐसे श्री साहब, हे परमेश्वर की ऐसे शक्ति रूपी तलवार,
तेरी जय होवे, तेरी फतेह होवे, तेरी जित होवे। इस तरह गुरु गोबिंद सिंह साहब महाराज जी ने अनोखती अलंकार द्वारा, सलेखा अलंकार द्वारा परमेश्वर वाहिगुरु की महिमा बढ़ियाई की है। श्री साहब नाम लैके, तलवार का नाम लैके, इस तो अगे जिमें भुजंगपुर आदि नाम इस छंद विच आप जी ने फिर खुले रूप दे विच महिमा बढ़ियाई की है। वो शक्ति वाले दे वाहिगुरु दी, वो जिमें भी आप जी के मुखार बिंदे बचन आउणगे आपां कल दे दीवान विच प्रारंभ करांगे, पढ़ा सुनांगे, लाहा लवांगे। ਹੁਣ ਅੱਜ ਇੱਥੇ ਹੀ ਸਮਾਪਤੀ ਹੈ ਜੀ। ਸੁਖ ਸੰਤਾ ਕਰਣੰ ਦੁਰਮਤ ਦਰਣੰ ਕਿਲ ਬਿਖ ਹਰਣੰ ਅਸ ਸਰਣੰ ਜੈ ਜੈ ਜਗ ਕਾਰਣ ਸ੍ਰਿਸ਼ਟ ਉਬਾਰਣ ਮਮ ਪ੍ਰਤਪਾਰਣ ਜੈ ਤੇਗੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ फतेह। हे अच्युत हे पार ब्रह्म अविनाशी अगुनाश, हे पूरन हे सर्वमय दुख भंजन गुणतास, हे संगी हे निरंकार, हे निर्गुण सब टेक, हे गोविंद हे गुण निधान, जाके सदा भवे। हे अपरंपर हर हरे, है पी हो बनहार, हे संतान कै सदा संग, निदारा आधार। हे ठाकुर हों दासरो, मैं निर्गुण गुण नहीं कोय, नानक दीजै नाम दान, रखो हिय परोय। आए प्रभु शरणागति, कृपा निध दयाल, एक अखर हर मन वसत, नानक होत निहाल। वाहिगुरु नाम जहाज है, चढ़े सो तरे पार, जो सरदा कर सेवंदे, गुरु पारे उतारन हार। जो सरदा कर सेवंदे, गुरु पारे उतारन हार। तुम ठाकुर तुम पै अरदास, जियो पिंड सब तेरी रास। तुम मात